Good morning, students. Today we will read about the Second Anglo-Sikh War, 1848 and 1849 AD. प्रीवियस ਲੈਕਚਰ 'ਚ ਅੱਜ ਆਪਾਂ ਫਸਟ ਐਂਗਲੋ ਸਿੱਖ ਵਾਰ ਕਰੀ ਸੀ। ਅੱਜ ਦੇ ਜਿਹੜਾ ਲੈਕਚਰ 'ਚ ਆਪਾਂ ਕੀ ਕਰਾਂਗੇ, ਸੈਕਿੰਡ ਐਂਗਲੋ ਸਿੱਖ ਵਾਰ, ਇਸ ਨੂੰ ਰੀਡ ਕਰਾਂਗੇ। ਫਸਟ ਆਪਾਂ ਇਹਦੇ ਕਰਨੇ ਨੇ ਕਾਜ਼ਸ, ਰੀਜਨ, ਕਾਰਨ ਕੀ ਸੀ ਇਸ ਹੋਣ ਦੇ, ਇਸ ਬੈਟਲ ਨੂੰ ਹੋਣ ਦੇ। ਦੇਖੋ ਫਸਟ ਪੁਆਇੰਟ ਕੀ ਹੈ, dissatisfaction among the Sikhs after the First Anglo-Sikh War. The Sikh was defeated in the First Anglo-Sikh War, fought under the leadership of treacherous people like Lal Singh and Tija Singh. After the war, and as a result of treaties of Lahore, the British were able to separate the hilly regions of Jammu Kashmir, Hazara, ਕਾਂਗੜਾ ਐਕਸੈਟਰਾ ਫਰੋਮ ਦੀ ਲਾਹੌਰ ਕਿੰਗਡਮ। ਦੇਖੋ ਆਪਾਂ ਕਹਿੰਦੇ ਅਸੰਤੁਸ਼ਟ ਹੋ ਗਏ ਸੀ ਜਿਹੜੇ ਫਸਟ ਜਿਹੜੀ ਐਂਗਲੋ ਸਿੱਖ ਵਾਰ, ਉਸ ਤੋਂ ਬਾਅਦ ਜਿਹੜੇ ਸਿੱਖ ਸੀ, ਕਿਉਂਕਿ ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਆਪਾਂ ਕਹਿੰਦੇ ਇੱਕ ਤਰ੍ਹਾਂ ਹਿੱਲੀ ਜਿਹੜੇ ਰੀਜਨ ਸੀ ਉਹਨਾਂ ਨੂੰ ਅਲੱਗ ਕਰਤਾ ਸੀ ਲਾਹੌਰ ਰਾਜ ਤੋਂ। ਠੀਕ ਹੈ। ਦੀ ਸਟਰੈਂਥ ਆਫ ਦੀ ਸਿੱਖ ਆਰਮੀ ਵਾਜ਼ ਰਿਡਿਊਸ ਐਂਡ ਬ੍ਰਿਟਿਸ਼ ਆਰਮੀ ਬਿਗੇਨ ਟੂ ਕੈਂਪ ਇਨ ਲਾਹੌਰ। ਮਹਾਰਾਣੀ ਜਿੰਦਾ ਵਾਰ deprived of the political right, the resident began to offer high posts to British. The patriotic Sikh could not tolerate the humiliating terms of the Treaty of Warrenwar. ਦੇਖੋ ਹੁਣ ਕੀ ਸੀਗੇ ਜਿਹੜੇ ਉਸ ਤੋਂ ਬਾਅਦ ਟ੍ਰੀਟੀਜ਼ ਹੋਈਆਂ ਸੀ, ਆਪਾਂ ਨੂੰ ਪਤਾ ਲਾਹੌਰ ਦੀ ਟ੍ਰੀਟੀ ਹੋਈਆਂ ਸੀ 2, ਠੀਕ ਹੈ, ਅਤੇ ਵੈਰਨਵਾਲ ਦੀ ਜਿਹੜੀ ਟ੍ਰੀਟੀ ਸੀ, ਉਹਨਾਂ ਨੂੰ ਆਪਾਂ ਕਹਿੰਦੇ ਜੋ ਵੀ ਉਹਨਾਂ ਦੀ ਟਰਮਸ ਸੀ ਜਿਹੜੇ ਸਿੱਖ ਸੀ ਉਹਨਾਂ ਨੂੰ ਲੈ ਕੇ ਡਿਸਸੈਟਿਸਫੈਕਸ਼ਨ ਸੀ ਉਹਨਾਂ ਦੇ ਮਨ 'ਚ, ਇੱਕ ਤਰ੍ਹਾਂ ਨਾਲ ਆਪਾਂ ਕਹੀਏ ਉਸ ਤੋਂ ਉਦਾਸ ਸੀ ਉਹ, ਉਸ ਨਾਲ ਉਹ ਸੰਤੁਸ਼ਟ ਨਹੀਂ ਸੀ। ਠੀਕ ਹੈ। ਸੈਕਿੰਡ ਪੁਆਇੰਟ ਆਪਣੇ ਕੋਲ, ਦੀ ਕੌਰੋ ਔਨ April 21, 1846 AD, a herd of cows blocked the way of an European ਤੋਪਚੀ ਗਨਰ। ਕੀ ਸੀਗਾ, 21 ਅਪ੍ਰੈਲ ਨੂੰ ਜਿਹੜੇ ਯੂਰਪੀ ਤੋਪਚੀ ਸੀ ਉਹਨਾਂ ਜਿਹੜਾ ਰਸਤਾ ਰੋਕ ਲਿਆ ਸੀਗਾ ਆਪਾਂ ਕਹਿੰਦੇ ਕੌਜ਼ ਨੇ। ਠੀਕ ਹੈ। ਜਿਹੜੇ ਗਾਵਾਂ ਸੀ ਉਹਨਾਂ ਨੇ ਉਹਦਾ ਰਸਤਾ ਕੀ ਸੀ ਰੋਕ ਲਿਆ ਸੀ। ਦੀ ਸੋਲਜਰ ਅਟੈਕ ਦੀ ਕੌ ਵਿਦ ਹਿਜ਼ ਸਵਰਡ। ਦਿਸ ਨਿਊਜ਼ enraged the Hindus and Sikhs. The British President Henry Lawrence went to the city to convince the people. People threw bricks on him from the top of their roofs. As a result, Henry Lawrence awarded death sentence to Brahmin. ਹੁਣ ਕੀ ਸੀਗਾ, ਦੇਖੋ ਜਿਹੜੀ ਇਹ ਘਟਨਾ ਸੀ ਜਿੱਥੇ ਆਪਾਂ ਕਹਿ ਦਈਏ ਜਿਹੜੇ ਯੂਰਪੀਅਨ ਤੋਪਚੀ ਸੀ ਉਹਨਾਂ ਨੇ ਜਿਹੜੇ ਕੌਜ਼ ਸੀ ਉਹਨਾਂ ਨੂੰ ਆਪਣੀ ਤਲਵਾਰ ਨਾਲ ਵੜ ਦਿੱਤਾ ਸੀ, ਅਤੇ ਇਸ ਲਈ ਜਿਹੜੇ ਸਿੱਖ ਸੀ, ਹਿੰਦੂ ਸੀ, ਉਹਨਾਂ 'ਚ ਬਹੁਤ ਜ਼ਿਆਦਾ ਆਪਾਂ ਕਹੀਏ ਇੱਕ ਤਰ੍ਹਾਂ ਨਾਲ ਗੁੱਸੇ ਨਾਲ ਭਰ ਗਏ ਸੀ। ਅਤੇ ਜਿਹੜਾ ਹੈਨਰੀ ਲਾਰੈਂਸ ਸੀ ਰੈਜ਼ੀਡੈਂਟ ਸੀ ਉਸ ਟਾਈਮ ਲਾਹੌਰ ਦਾ, ਉਹ ਲੋਕਾਂ ਨੂੰ ਸ਼ਾਂਤ ਕਰਨ ਲਈ ਜਾਂਦਾ, ਬਟ ਲੋਕਾਂ ਨੇ ਆਪਾਂ ਕਹਿੰਦੇ ਆਪਣੇ ਜਿਹੜੇ ਛੱਤ ਸੀ ਘਰਾਂ ਦੀ ਛੱਤ ਤੋਂ ਪੱਥਰ ਜਿਹੜੇ ਚਲਾ ਦਿੰਦੇ ਨੇ। ਠੀਕ ਹੈ। ਅਤੇ ਉਹਦੀ ਡੈਥ ਹੋ ਜਾਂਦੀ ਹੈ। 2 men were exiled. Those houses from those roofs the bricks had been thrown were demolished. It was natural for people of Punjab to the British. ਇਸ ਜਿਹੜੇ ਘਰਾਂ ਤੋਂ ਆਪਾਂ ਕਹਿੰਦੇ ਇੱਟਾਂ ਛਿੱਟਾਂ ਉਹਨਾਂ ਨੂੰ ਢਾਹ ਦਿੱਤਾ ਗਿਆ, ਅਤੇ ਜਿਹੜੇ 2 ਸੀਗੇ ਵਿਅਕਤੀ ਉਹਨਾਂ 'ਚੋਂ 2 ਜਣਿਆਂ ਨੂੰ ਆਪਾਂ ਕਹਿੰਦੇ ਇੱਕ ਜੇਲ੍ਹ 'ਚ ਕਰ ਦਿੱਤੀ ਗਈ। ਠੀਕ ਹੈ। ਰੀਟਰੈਂਚਮੈਂਟ ਇਨ ਸਿੱਖ ਆਰਮੀ ਆਫਟਰ ਦੀ ਸਿੱਖ ਐਂਗਲੋ ਵਾਰ, ਅਕੋਰਡਿੰਗ ਟੂ ਦੀ ਟ੍ਰੀਟੀ ਆਫ ਲਾਹੌਰ, ਦੀ ਨੰਬਰ ਆਫ ਸਿੱਖ ਇਨ ਆਰਮੀ ਵਾਜ਼ ਫਿਕਸਡ ਟੂ 20,000 soldiers in infantry and 12,000 soldiers in cavalry. The Lahore government was asked to pay 22 lakhs annually to the British government for the expenditure on the British army. To meet the expenditure, the salary of army was reduced, so the Sikh soldiers were enraged against the ਬ੍ਰਿਟਿਸ਼। ਕੀ ਸੀਗਾ ਰਾਜੇ, ਇੱਕ ਤਰ੍ਹਾਂ ਨਾਲ ਜਿਹੜੀ ਆਪਾਂ ਕਹਿ ਦਈਏ ਵੀ ਜਿਹੜੀ ਸੈਲਰੀ ਸੀ ਜਿਹੜੀ ਹੁਣ ਸਿੱਖਾਂ ਦੀ ਸੋਲਜਰਾਂ ਦੀ ਉਹ ਘਟਾ ਦਿੱਤੀ ਲਾਹੌਰ ਦਰਬਾਰ 'ਚ। ਠੀਕ ਹੈ। ਕਿਉਂਕਿ ਉਸ ਟਾਈਮ ਜਿਹੜੇ 20 ਲਗਭਗ ਆ 32,000 32,000 ਜਿਹੜੇ ਲਗਭਗ ਆਪਾਂ ਕਹਿੰਦੇ ਸੋਲਜਰ ਜਿਹੜੇ ਬ੍ਰਿਟਿਸ਼ ਆਰਮੀ 'ਤੇ ਉੱਥੇ ਰੱਖੇ ਗਏ, ਜਿਹਨਾਂ ਦਾ ਸਾਰਾ ਖਰਚਾ ਕਿਹਨਾਂ ਨੂੰ ਜਾਂਦਾ ਸੀ, ਕਿਹਨਾਂ ਨੂੰ ਦੇਣਾ ਪੈਂਦਾ ਲਾਹੌਰ ਗੌਰਮੈਂਟ ਨੂੰ, ਕਿਹਨੂੰ ਦੇਣਾ ਪਿਆ ਬ੍ਰਿਟਿਸ਼ ਨੂੰ। ਠੀਕ ਹੈ। ਕਿੰਨੇ ਐਨੂਅਲੀ ਕਿੰਨਾ ਜਾਂਦਾ ਸੀ, 22 ਲੱਖ। ਠੀਕ ਹੈ। ਇਸ ਕਰਕੇ ਜਿਹੜੀ ਸੈਲਰੀਜ਼ ਵਗੈਰਾ ਸੀ ਆਪਾਂ ਕਹਿ ਦਈਏ ਸਿੱਖਾਂ ਦੀ ਉਹ ਘੱਟ ਗਈ ਸੀ, ਜਿਸ ਤੋਂ ਆਪਾਂ ਕਹਿ ਦਈਏ ਜਿਹੜੇ ਸਿੱਖਾਂ 'ਚ ਰੋਸ ਦੀ ਇੱਕ ਭਾਵਨਾ ਸੀ। ਮਾਲ ਟ੍ਰੀਟਮੈਂਟ ਆਫ ਮਹਾਰਾਣੀ ਜਿੰਦਾ
ਅਕੋਰਡਿੰਗ ਟੂ ਦੀ ਟ੍ਰੀਟੀ ਆਫ ਵੈਰੋਵਾਲ ਮਹਾਰਾਣੀ ਜਿੰਦਾ ਵਾ ਡਿਪਰਾਈਵਡ ਆਫ ਆਲ ਪੋਲੀਟੀਕਲ ਰਾਈਟ, ਮਤਲਬ ਕਿ ਉਹਨਾਂ ਨੂੰ ਜਿਹੜੇ ਪੋਲੀਟੀਕਲ ਰਾਈਟ ਸੀ ਉਹਨਾਂ ਤੋਂ ਵੱਖ ਕਰ ਦਿੱਤਾ ਸੀ, ਉਹਨਾਂ ਨੂੰ ਕੋਈ ਪੋਲੀਟੀਕਲ ਜਿਹੜਾ ਰਾਈਟ ਨਹੀਂ ਰਿਹਾ ਸੀ। ਹੀ ਵਾਜ਼ ਅਰੈਸਟਡ ਐਂਡ ਸੈਂਟ ਟੂ ਸ਼ੇਖੂਪੁਰਾ ਫੋਰਟ ਔਨ ਅਗਸਤ 20, 1846 AD। ਹਰ ਪੈਨਸ਼ਨ ਵਾਜ਼ ਰਿਡਿਊਸ ਫਰੋਮ 1.5 lakh to 48,000 ਓਨਲੀ। ਦੇਖੋ ਪਹਿਲਾਂ ਉਹਨੇ ਜਿਹੜੀ ਸੈਲਰੀ ਸੀ ਉਹ ਕਿੰਨੀ ਸੀ, ਪੈਨਸ਼ਨ ਸੀ ਛੋਟੀ ਕਿੰਨੀ ਸੀਗੀ 1.5 ਲੱਖ, ਲਗਭਗ ਆਪਾਂ 1.5 ਲੱਖ, ਤਾਂ ਹੁਣ ਕਿੰਨੀ ਸੀ 48,000 ਓਨਲੀ। ਦੇਅਰ ਆਫਟਰ ਹੀ ਵਾਜ਼ ਐਕਸਾਈਲਡ ਐਂਡ ਸੈਂਟ ਟੂ ਬਨਾਰਸ, ਉਹਨੂੰ ਪਹਿਲਾਂ ਸਿੱਖੂਪੁਰੇ ਭੇਜ ਦਿੱਤਾ ਗਿਆ, ਉਸ ਤੋਂ ਬਾਅਦ ਬਨਾਰਸ ਜੇਲ੍ਹ 'ਚ ਸਿੱਟ ਦਿੱਤਾ ਗਿਆ। ਐਜ਼ ਏ ਰਿਜ਼ਲਟ ਦੀ ਪੈਟਰੀਓਟਿਕ ਸਿੱਖ ਵਾਰ ਅਰੇਂਜਡ ਅਗੇਂਸਟ ਦੀ ਬ੍ਰਿਟਿਸ਼ਰਸ, ਇਸ ਕਰਕੇ ਦੁਬਾਰਾ ਆਪਾਂ ਕਹਦੇ ਜਿਹੜੇ ਇਸ ਵਜ੍ਹਾ ਕਰਕੇ ਵੀ ਜਿਹੜੇ ਸਿੱਖ ਸੀ ਉਹ ਬ੍ਰਿਟਿਸ਼ ਦੇ ਜਿਹੜੇ ਲੋਕ ਸੀ ਉਹਨਾਂ ਦੇ ਅਗੇਂਸਟ ਹੋਏ ਸੀ। ਪਲਾਨ ਆਫ ਲਾਰਡ ਡਲਹੌਜੀ ਐਂਡ ਕਰੀ ਟੂ ਅਨੈਕਸ ਪੰਜਾਬ, ਹੁਣ ਜਿਹੜੇ ਉਸ ਟਾਈਮ ਦੇ ਗਵਰਨਰ ਜਨਰਲ ਸੀ ਲਾਰਡ ਡਲਹੌਜੀ, ਠੀਕ ਹੈ, ਅਤੇ ਜਿਹੜਾ ਆਪਾਂ ਕਹਦੇ ਜਨਰਲ ਸੀਗਾ ਕਰੀ, ਫੈਡਰਿਕ ਕਰੀ, ਠੀਕ ਹੈ, ਉਹ ਵੀ ਉਸ ਟਾਈਮ ਆਪਾਂ ਕਹਦੇ ਲਾਰੈਂਸ ਤੋਂ ਬਾਅਦ ਕਰੀ ਸੀ ਜਿਹੜਾ ਉਹ ਲਾਹੌਰ ਦਾ ਰੈਜ਼ੀਡੈਂਟ ਬਣਦਾ, ਠੀਕ ਹੈ। ਇਨ ਜਨਵਰੀ 1848 AD ਲਾਰਡ ਡਲਹੌਜੀ became Governor General of India. First of all, he planned to annex Punjab. Frederick Curry had already been appointed the British resident of Lahore. He was very experienced and an expert diplomat. Lahori and Curry both planned to wage war against the Sikhs। ਹੁਣ ਦੋਨੇ ਹੀ ਵਿਅਕਤੀ ਜਿਹੜੇ ਬੁਲਾਏ ਗਏ ਸੀ ਉਹ ਬਹੁਤ ਐਕਸਪੀਰੀਅੰਸ ਸੀ ਵਾਰ ਨੂੰ ਲੈ ਕੇ, ਠੀਕ ਹੈ। ਰਿਵੋਲਟ ਆਫ ਮੂਲਰਾਜ ਆਫ ਮੁਲਤਾਨ, ਜਿਹੜਾ ਆਪਾਂ ਕਹਿੰਦੇ ਮੁਲਤਾਨ ਦਾ ਮੂਲ ਰਾਜ ਸੀ ਉਹਦੀ ਇੱਕ ਤਰ੍ਹਾਂ ਨਾਲ ਵਿਰੋਧ ਕੀਤਾ ਸੀ ਜਿਹੜਾ ਉਹਨੇ, ਉਹ ਵੀ ਇੱਕ ਰੀਜਨ ਸੀਗਾ। ਆਫਟਰ ਦੀ ਡੈਥ ਆਫ ਦੀਵਾਨ ਸਾਬਰਮਲ ਨਿਜ਼ਾਮ ਆਫ ਮੁਲਤਾਨ, ਹਿਜ਼ ਸਨ ਦੀਵਾਨ ਮੂਲਰਾਜ ਵਾਜ਼ appointed as a Nizam of Multan. The British resident accepted Murad as Nizam Multan. His annual revenue was increased from 20 lakhs to 30 lakhs. He requested the British resident to reduce the revenue, what his request was dismissed. Diwan Murad resigned due to this reason, and the British resident Frederick Curry appointed Khan Singh Maan the Nizam of Multan in his place। ਦੇਖੋ ਹੁਣ ਕੀ ਸੀਗਾ ਜਿਹੜਾ ਮੂਲ ਰਾਜ ਸੀਗਾ ਉਹ ਕਿ ਮੁਲਤਾਨ ਦਾ ਆਪਾਂ ਕਹਿੰਦੇ ਨਿਜ਼ਾਮ ਜਿਹਨੂੰ ਬਣਾਇਆ ਗਿਆ ਸੀ, ਉਸ ਟਾਈਮ ਕੀ ਸੀਗਾ ਜਿਹੜਾ ਬ੍ਰਿਟਿਸ਼ ਸੀ ਉਹਨਾਂ ਨੇ ਜਿਹੜੀ ਇੱਕ ਤਰ੍ਹਾਂ ਨਾਲ ਜਿਹੜਾ ਐਨੂਅਲ ਜਿਹੜਾ ਰੈਵਨਿਊ, ਠੀਕ ਆ, ਸਾਲ ਦਾ ਜਿਹੜਾ ਸਾਲਾਨਾ ਕਰ ਜਾਂਦਾ ਸੀਗਾ, ਟੈਕਸ ਜਾਂਦਾ ਸੀ, ਉਹ 20 ਸੀਗਾ, 20 ਤੋਂ ਉਹਨਾਂ ਨੇ 30 ਕਰ ਦਿੱਤਾ। ਉਸ ਟਾਈਮ ਮੂਲ ਰਾਜ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਜਿਹੜਾ ਇਹ ਹੈਗਾ ਇਹਨੂੰ ਘੱਟ ਕੀਤਾ ਜਾਵੇ, ਠੀਕ ਹੈ, ਪਰ ਉਹਦੀ ਜਿਹੜੀ ਰਿਕੁਐਸਟ ਸੀ ਨਹੀਂ ਅਪਰੂਵ ਹੋਈ, ਨਹੀਂ ਉਹਨਾਂ ਨੂੰ ਮੰਨਿਆ ਗਿਆ, ਠੀਕ ਹੈ, ਇਸ ਕਰਕੇ ਉਹਨੇ ਆਪਣਾ ਜਿਹੜਾ ਰਿਜ਼ਾਈਨ ਦੇ ਦਿੱਤਾ। ਬਟ ਜਿਹੜਾ ਫੈਡਰਿਕ ਕਰੀ ਸੀਗਾ ਉਹਨੇ ਉਸ ਦੀ ਜਗ੍ਹਾ 'ਤੇ ਕਾਹਨ ਸਿੰਘ ਨੂੰ ਜਿਹੜਾ ਲਾਹੌਰ ਆਪਾਂ ਕਹਿੰਦੇ ਮੁਲਤਾਨ ਦਾ ਜਿਹੜਾ ਨਾਜ਼ਿਮ ਬਣਾ ਦਿੱਤਾ ਜਾਂਦਾ, ਜਿਸ 'ਤੇ ਉਹ ਗੁੱਸੇ ਹੁੰਦਾ, ਠੀਕ ਹੈ। ਅਤੇ ਅੱਗੇ ਪੜ੍ਹਦੇ ਆਪਾਂ। ਕਾਹਨ ਸਿੰਘ ਐਗਨਿਊ ਐਂਡ ਐਂਡਰਸਨ ਵੈਂਟ ਟੂ ਮੁਲਤਾਨ ਟੂ ਟੇਕ ਦੀ ਚਾਰਜ ਫਰੋਮ ਦੀਵਾਨ। ਦੇ ਸਟਾਰਟਡ ਇਨ ਏ ਈਦਗਾਹ ਵਾਈਲ ਦੇ ਵਰ ਰਿਟਰਨਿੰਗ ਟੂ ਈਦਗਾਹ ਔਨ ਟੇਕਿੰਗ ਚਾਰਜ ਫਰੋਮ ਮੁਲਰਾਜ। The soldiers of Multan attacked the British officer and killed them. They instigated Diwan Murad to revolt against the British. This revolt provided the British an opportunity to fight with the Sikhs। ਕੀ ਸੀਗਾ ਜਿਹੜੇ ਉਸ ਟਾਈਮ ਕਾਹਨ ਸਿੰਘ ਸੀ ਉਹਦੇ ਨਾਲ ਜਿਹੜੇ ਦੋ ਅਫਸਰ ਸੀ ਅਗਨਿਊ ਅਤੇ ਐਂਡਰਸਨ, ਇਹ ਦੋਵੇਂ ਆਪਾਂ ਕਹਿ ਦਈਏ ਜਿਹੜਾ ਮੁਲਤਾਨ ਦਾ ਚਾਰਜਰ ਲੈਣ ਜਾ ਰਹੇ ਸੀ, ਤਾਂ ਰਸਤੇ 'ਚ ਜਿਹੜੇ ਆਪਾਂ ਕਹਿੰਦੇ ਮੁਲਤਾਨ ਦੇ ਜਿਹੜੇ ਮੂਲ ਰਾਜ ਦੇ ਜਿਹੜੇ ਸੈਨਿਕ ਸੀ ਉਹਨਾਂ ਨੇ ਉਹ 'ਤੇ ਹਮਲਾ ਕਰ ਦਿੰਦੇ ਨੇ ਅਤੇ ਦੋਨਾਂ ਨੂੰ ਜਿਹੜੇ ਬ੍ਰਿਟਿਸ਼ ਸੋਲਜਰ ਨੇ ਉਹਨਾਂ ਨੂੰ ਮਾਰ ਦਿੰਦੇ ਨੇ, ਜਿਸ ਤੋਂ ਆਪਾਂ ਕਹਿ ਦਈਏ ਇਹ ਜਿਹੜੀ ਇੱਕ ਤਰੀਕੇ ਨਾਲ ਉਹਨਾਂ ਨੂੰ ਅੰਗਰੇਜ਼ਾਂ ਨੂੰ ਬ੍ਰਿਟਿਸ਼ ਨੂੰ ਕੀ ਹੈਗਾ ਇੱਕ ਚਾਂਸ ਮਿਲ ਜਾਂਦਾ ਅੰਗਰੇਜ਼ਾਂ ਨਾਲ ਵਾਰ ਕਰਨ ਦਾ। ਨੈਕਸਟ ਆ ਐਗਜ਼ਾਈਲ ਆਫ ਮਹਾਰਾਣੀ ਜਿੰਦਾ। In August 1847 AD, Maharani Jinda was sent from Lahore to Sheikhupura. He was expelled to Banaras after being charged of revolting against the British. Her annual pension was reduced to 12,000, which annoyed the people of Punjab। ਹੁਣ ਕੀ ਆ ਜਿਹੜੀ ਮਹਾਰਾਣੀ ਜਿੰਦਾ ਸੀ ਉਹਨੂੰ ਕਿਤੇ ਬਨਾਰਸ ਭੇਜ ਦਿੱਤਾ ਜਾਂਦਾ ਜੇਲ੍ਹ 'ਚ, ਅਤੇ ਉਹਦੀ ਪੈਨਸ਼ਨ ਜਿਹੜੀ ਹੋਰ ਵੀ ਘੱਟ ਕਰਤੀ, ਪਹਿਲਾਂ 48 ਸੀ, ਦੇਖੋ ਪਹਿਲਾਂ 1.5 ਲੱਖ ਸੀ, ਫਿਰ 48,000, ਹੁਣ ਉਹਦੀ ਡਿਵੈਲਪ ਕਰਤੀ ਸੀ 12, ਸਿਰਫ 12, ਜਿਸ ਤੋਂ ਪੰਜਾਬ ਦੇ ਲੋਕ ਕਾਫੀ ਜ਼ਿਆਦਾ ਖਪਾ ਸੀ। ਰਿਵੋਲਟ ਭਾਈ ਮਹਾਰਾਜ ਸਿੰਘ। ਭਾਈ ਮਹਾਰਾਜ ਸਿੰਘ ਵਾਜ਼ ਫਾਲੋਅਰ ਆਫ ਸੰਤ ਭਾਈ ਵੀਰ ਸਿੰਘ ਆਫ ਨਾਰੰਗਾਬਾਦ। ਹੀ ਰਿਵੋਲਟ ਅਗੇਂਸਟ ਦੀ ਬ੍ਰਿਟਿਸ਼ ਟੂ ਸੇਵ ਸਰਕਾਰ ਏ ਖਾਲਸਾ
The British resident Henry Lawrence ordered to arrest him, but Maharaj Singh could not be arrested. After the revolt by Mulraz and exile of Jindal, he gathered hundreds of people under him. On the request of Mulraz, he proceeded toward the Multan to help him along with 400 cavalry घोड़सवारी ਨੂੰ ਆਪਾਂ ਕਹਿੰਦੇ ਠੀਕ ਹੈ soldier. After some time, due to some misunderstanding, he left Mulraz and joined Atar Singh Atariwal and his son Sher Singh. ਹੁਣ ਉਸ ਤੋਂ ਬਾਅਦ ਜਿਹੜਾ ਮੂਲ ਇਹ ਸੀਗਾ ਭਾਈ ਮਹਾਰਾਜ ਸਿੰਘ, ਇਹ ਵੀ ਆਪਾਂ ਕਹਿ ਦਈਏ ਇੱਕ ਤਰ੍ਹਾਂ ਅੰਗਰੇਜ਼ਾਂ ਦੇ ਅਗੇਂਸਟ ਨੇ, ਇਹ ਜਿਹੜੀ ਆਪਾਂ ਪੜ੍ਹਿਆ ਪੂਰਾ ਠੀਕ ਹੈ। ਇਸ ਉਹਨਾਂ ਨੇ ਰਿਵੋਲਟ ਕਰ ਦਿੱਤੀ ਸੀ ਇਹਨੇ ਵੀ ਠੀਕ ਹੈ ਅੰਗਰੇਜ਼ਾਂ ਦੀ ਅਗੇਂਸਟ। ਰਿਵੋਲਟ ਆਫ ਚਤਰ ਸਿੰਘ ਆਫ ਹਜ਼ਾਰਾ, ਹੁਣ ਹਜ਼ਾਰਾ ਦਾ ਜਿਹੜਾ ਚਤਰ ਸਿੰਘ ਸੀ ਉਹਨੇ ਵੀ ਰਿਵੋਲਟ ਕੀਤੀ ਸੀ। ਚਤਰ ਸਿੰਘ Atariwal was appointed the Nazim of Hazara. Captain Abbott was appointed for his help. Abbott's rowdy behavior made Chandra Singh suspicious of British. Captain Abbott leveled charges against him that his soldiers had joined hands with the rebellions of the Multan. Chandra Singh opened revolt against the British. ਹੁਣ ਕੀ ਸੀਗਾ ਦੇਖੋ, ਜਿਹੜਾ ਚਤਰ ਸਿੰਘ ਨੂੰ ਹਜ਼ਾਰਾਂ ਦਾ ਨਾਜ਼ਿਮ ਬਣਾਇਆ ਗਿਆ ਸੀ ਅਤੇ ਨਾਲ ਹੀ ਇਹਦੇ ਐਬੋਟ ਸੀਗਾ ਜਿਹੜਾ ਉਹ ਵੀ ਇਹਦੀ ਹੈਲਪ ਲਈ ਬਣਾਇਆ ਗਿਆ ਸੀ। ਹੁਣ ਆਪਾਂ ਕਹੀਏ ਜਿਹੜੇ ਚਤਰ ਸਿੰਘ ਸੀ ਉਹਨੂੰ ਸਸਪੈਕਟ ਸੀਗਾ ਐਬੋਟ ਦਾ ਠੀਕ ਹੈ ਵੀ ਇਹਨਾਂ ਦੇ ਜਿਹੜੇ ਨਜ਼ਰੀਆ ਉਹਦਾ ਸਹੀ ਨਹੀਂ ਸੀ, ਤਾਂ ਇਹੀ ਇੱਕ ਰੀਜਨ ਹੋਇਆ ਦੋਨਾਂ ਵਿੱਚ ਆਪਾਂ ਕਹਿ ਦਈਏ ਜਿਸ ਕਰਕੇ ਉਹਨਾਂ ਦੇ ਇੱਕ ਤਰੀਕੇ ਨਾਲ ਉਹਨਾਂ ਨੇ ਰਿਵੋਲਟ ਕੀਤੀ ਠੀਕ ਹੈ। Revolt of Sher Singh. When Sher Singh came to know that his father had been removed from the post of Nazim of Hazara, he revolted against the British. ਹੁਣ ਜਿਹੜਾ ਸ਼ੇਰ ਸਿੰਘ ਸੀ ਉਹ ਆਪਾਂ ਕਹਿੰਦੇ ਚਤਰ ਸਿੰਘ ਦਾ ਬੇਟਾ ਸੀਗਾ ਠੀਕ ਹੈ, ਜਿਸ ਨੇ ਇਹ ਚੀਜ਼ ਜਾਣਦਾ ਜਦੋਂ ਵੀ ਇਹਦੇ ਫਾਦਰ ਨੇ ਇਹ ਨਾਜ਼ਿਮ ਦੀ ਪੋਸਟ ਤੋਂ ਰਿਮੂਵ ਕਰ ਦਿੱਤਾ ਗਿਆ, ਤਾਂ ਉਹ ਵੀ ਆਪਾਂ ਕਹਿੰਦੇ ਅੰਗਰੇਜ਼ਾਂ ਦੇ ਅਗੇਂਸਟ ਜਿਹੜੀ ਰਿਵੋਲਟ ਕਰ ਦਿੰਦਾ। He also joined the rebels among with his army and Mulraz. He appealed to the Sikhs to expel cruel and deceitful Firangis ठीक है from Punjabi. As a result of this appeal, many old soldiers also joined the rebellions against the British. Next अपना British invasion of Punjab. The revolt by Mulraz Chattar Singh Sher Singh gave Lord Dalhousie an opportunity to act his determined plan. On the order of Lord Dalhousie, the British Army, under the leadership of Hughes Cup, across the Satluj River on November 9, 1848 AD. The army reached Lahore and got entangled with rebellions on 13 November 1814 AD. ठीक है, ਇਹ ਸੀ ਆਪਣੇ ਸਾਰੇ ਨਜ਼ਰੀਆ ਜਿੰਨੇ ਆਪਾਂ ਕਰੇ ਨੇ ਅੱਜ ਠੀਕ ਹੈ। ਅਤੇ ਨੈਕਸਟ ਆਪਾਂ ਇਸ ਦੇ ਜਿਹੜੇ ਹੋਣਗੇ ਦੇਖੋ ਧਿਆਨ ਨਾਲ ਸੁਣ ਲਿਓ, ਜਿੰਨੇ ਵੀ ਅੱਜ ਆਪਾਂ ਕਰਾਏ ਨੇ ਬਹੁਤ ਹੀ ਵਧੀਆ ਟੌਪਿਕ ਹੈ ਠੀਕ ਹੈ, ਇਹਨੂੰ ਧਿਆਨ ਨਾਲ ਸੁਣਨਾ ਅਤੇ ਸਮਝਣਾ। ਉਸ ਤੋਂ ਬਾਅਦ ਨੈਕਸਟ ਜਿਹੜਾ ਆਪਣਾ ਹੋਊਗਾ ਲੈਕਚਰ, ਉਸ ਵਿੱਚ ਆਪਾਂ ਜਿਹੜੀਆਂ ਬੈਟਲਸ ਹੋਈਆਂ ਸੀ, ਜਿਵੇਂ ਪਹਿਲਾਂ ਆਪਾਂ ਕਰੀਆਂ ਨੇ ਨਾ ਮੁਤਕੀ ਦੀ ਬੈਟਲ ਕਰੀ ਹੈ ਠੀਕ ਹੈ, ਸੁਭਰਾਉਂ ਦੀ ਕਰੀ ਸੀ, ਬੱਦੋਵਾਲ ਆਲੀਆ ਠੀਕ ਹੈ, ਫਿਰੋਜ਼ ਸ਼ਾਹ, ਉੱਦਾਂ ਹੀ ਜਿਹੜੀ ਸੈਕਿੰਡ ਜਿਹੜੀ ਇੱਕ ਸਿੱਖ ਐਂਗਲੋ ਵਾਰ ਹੋਈ ਸੀ ਉਸ ਵੀ ਬੈਟਲਸ ਹੁੰਦੀਆਂ ਨੇ, ਆਪਾਂ ਉਹ ਰੀਡ ਕਰਾਂਗੇ। ਅੱਜ ਤੁਸੀਂ ਸਿਰਫ ਇਹਦੇ ਜਿਹੜੇ ਰੀਜਨਸ ਨੇ ਉਹ ਯਾਦ ਕਰਨੇ ਚੰਗੇ ਤਰੀਕੇ ਨਾਲ ਠੀਕ ਹੈ।